दुनिया के हर कोने विच ਵੱਖ-ਵੱਖ ਧਰਮਾਂ ਦੇ ਲੋਕ ਵਿਚਰਦੇ ਨੇ ਭਾਵੇਂ रंग सूरत ਵੱਖੋ ਵੱਖਰੀ ਹੋਵੇ पर रब की रजा के हर कोई झुकता है रब की सिफत हर कोई करता है फिर भावें धर्म कोई भी होवे पर जदों धार्मिक समागमां दा समां आउंदा है तां दूजे धर्मां दे नाल एकमिक होके लोग उत्साह नाल समागमां विच हिस्सा लैंदे ने अते रब अगे सही सलामती दीआं दुआवां मंगदे ने। मैं हाँ भलिंदर सिंह विरमानी अते अज असीं गल करांगे अमेरिका के सूबे कैलीफोर्निया विच पैंदे छोटे जिहे शहर युवा सिटी दी जो कि अपने खास समागमां करके पूरी दुनिया विच मशहूर हो चुकी है। जी हाँ, युवा सिटी जिथे हर साल नवंबर महीने की शुरुआत विच लखां की गिणती विच सिख भाईचारे के लोग पहुंचते हैं और 3 दिनों तक चलने वाले समागमां का हिस्सा बनते हैं। इन्हां समागमां की चकाचौंध तो प्रभावित होकर अमरीकी लोग भी इन्हां धार्मिक समागमां नूं खास तौर पर वेखण लई इत्थे पहुंचते हैं और फिर सिख धर्म बारे अहम जानकारियां भी उन्हां नूं मिलदियां ने। इन्हां समागमां दे पहले दिन की कुछ खास वेखण नूं मिलदा है, आओ वेखदे हां। इत्थे प्रबंध किए गए लंगरां दा स्वाद लैंदे ने अते फिर जदों शुरू होंदी है आतिशबाजी तां फिर सब पासे छा जाती है शांति अते सुनाई दिंदी है सिर्फ पटाखियां दी गूंज। सामने आतिशबाजी शुरू हो चुकी है और जिहड़े संगत है वो इत्थे मौजूद है, नाल ही प्रबंधक जिहड़े ने इत्थे मौजूद ने। युवा सिटी दे विच गुरु नानक देव जी के प्रकाश दिहाड़े का जो अमेरिका का सब तो वड्डा समागम होया करदा आ ਉਹਦੇ ਵਿੱਚ ਕੀਰਤਨ ਦਰਬਾਰ ਹੈਗੇ ਨੇ, ਨਿਸ਼ਾਨ ਸਾਹਿਬ ਦੀ ਸਾਲਾਨਾ ਸੇਵਾ ਹੈ ਔਰ ਇਸ ਦੇ ਨਾਲ ਤੁਸੀਂ ਜੋ ਵੇਖਦੇ ਹੋ ਉਹਦੇ ਵਿੱਚ ਆਤਿਸ਼ਬਾਜ਼ੀ ਜੋ ਪਹਿਲਾ ਦਿਨ ਹੈ ਉਹ ਆਤਿਸ਼ਬਾਜ਼ੀ ਹੁੰਦੀ ਹੈ। ਆਤਿਸ਼ਬਾਜ਼ੀ ਸ਼ੁਰੂ ਹੋ ਚੁੱਕੀ ਹੈ। ਬਹੁਤ ਮੌਸਮ ਜਿਹੜਾ ਬਹੁਤ ਜ਼ਿਆਦਾ ਭਾਰੂ ਸੀ, ਅੱਜ ਬਾਰਿਸ਼ ਲਗਾਤਾਰ ਸਾਰਾ ਦਿਨ ਚੱਲੀ ਆ। ਕੋਈ ਫਿਕਰ ਸੀ ਤੁਹਾਨੂੰ ਕਿ ਸ਼ਾਮ ਨੂੰ ਕੁਝ ਕੰਮ ਖਰਾਬ ਨਾ ਹੋਵੇ? ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਅਸੀਂ ਇਹ ਸਾਰੇ ਕੰਮ ਕਰ ਰਹੇ ਹਾਂ, ਸਾਨੂੰ ਕੋਈ ਚਿੰਤਾ ਨਹੀਂ ਸੀ। ਇਹ ਅਕਾਲ ਪੁਰਖ ਦਾ ਕੰਮ ਆ, ਉਹਨਾਂ ਨੇ ਆਪਣੇ ਆਪ ਹੀ ਸਾਰੇ ਕੰਮ ਜਿਹੜੇ ਸਫਲ ਕਰਨੇ ਆ। ਤੇ ਵਰਖਾ ਵੀ ਜਿਹੜੀ ਆ ਇਹਦੀ ਵੀ ਲੋੜ ਸੀਗੀ ਕਿਉਂਕਿ ਜੋ ਮਿੱਟੀ ਘੱਟਾ ਪੈ ਰਿਹਾ ਸੀਗਾ ਉਹ ਦੱਬਿਆ ਗਿਆ ਤੇ ਹੁਣ ਜੋ ਹੈਗੀ ਵਰਖਾ ਹਟ ਗਈ ਆ। ਇਸ ਵੇਲੇ ਫਾਇਰ ਵਰਕ ਹੋ ਰਿਹਾ ਹਮੇਸ਼ਾ ਹਰ ਸਾਲ ਦੀ ਤਰ੍ਹਾਂ। ਸੋ ਪੀਟੀਸੀ ਵਾਲਿਆਂ ਦਾ ਬਹੁਤ ਧੰਨਵਾਦ ਜੋ ਇਸ ਵੇਲੇ ਸਾਡੇ ਐਡੇ ਵੱਡੇ ਸਮਾਗਮ ਦੀ ਅਹਿਮੀਅਤ, ਇਹਦਾ ਪਿਛੋਕੜ ਬਹੁਤ ਲੰਮਾ ਚੌੜਾ ਆ, ਸੰਗਤ ਨਾਲ ਜੁੜਦੀ ਹੈ। ਬਹੁਤ ਸਾਰੇ ਲੋਕ ਕੁਝ ਨਵਾਂ ਵੀ ਸਿੱਖ ਕੇ ਜਾਂਦੇ ਨੇ। ਕੀ ਕੁਝ ਸੁਨੇਹੇ ਲੋਕ ਲੈ ਕੇ ਜਾਂਦੇ ਨੇ? ਇਹ ਨਗਰ ਕੀਰਤਨ 1980 ਦੇ ਵਿੱਚ ਪਹਿਲੀ ਵਾਰੀ ਸ਼ੁਰੂ ਹੋਇਆ ਸੀ, ਜਿਸ ਵੇਲੇ ਸਾਡੀ ਸ਼ਹਿਰ ਦੇ ਵਿੱਚ ਗਿਣਤੀ ਵੀ ਬਹੁਤ ਥੋੜੀ ਸੀ ਤੇ ਪਹਿਲੇ ਨਗਰ ਕੀਰਤਨ ਦੇ ਵਿੱਚ ਤਕਰੀਬਨ 5-6 ਹਜ਼ਾਰ ਜਾਂ 7 ਹਜ਼ਾਰ ਤੋਂ ਵੱਧ ਸੰਗਤ ਨਹੀਂ ਸੀ ਇਕੱਠੀ ਹੋਈ। ਪਿਛਲੇ 37 ਸਾਲਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਤੁਹਾਡੇ ਸਾਰਿਆਂ ਦੇ ਉਪਰਾਲੇ ਨਾਲ, ਤੁਹਾਡੇ ਸਾਰਿਆਂ ਦੇ ਹੌਸਲੇ ਨਾਲ ਇਸ ਨਗਰ ਕੀਰਤਨ ਦੀ ਗਿਣਤੀ ਲੱਖਾਂ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਵੇਂ ਉਹ ਅਨੰਦਪੁਰ ਸਾਹਿਬ ਦਾ ਮੇਲਾ ਹੀ ਲੱਗਿਆ ਹੋਵੇ ਤੇ ਸੰਗਤਾਂ ਇੱਥੇ ਇਸੇ ਤਰ੍ਹਾਂ ਹੀ ਆਉਂਦੀਆਂ ਹਨ ਆਏ ਸਾਲ ਤੇ ਉਹ ਆਣ ਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਆਪਣੇ ਜਨਮ ਸਫਲੇ ਕਰਦੀਆਂ ਹਨ ਤੇ ਯੂਬਾ ਸਿਟੀ ਸਾਧ ਸੰਗਤ ਨੂੰ ਮਾਣ ਦਿੰਦੀਆਂ ਹਨ ਤੇ ਯੂਬਾ ਸਿਟੀ ਦੀ ਸਾਧ ਸੰਗਤ ਵੀ ਉਹਨਾਂ ਲਈ ਹਰ ਸਾਲ ਅੱਖਾਂ ਵਿਛਾਈ ਬੈਠੀ ਉਹਨਾਂ ਦਾ ਦੇਖਦੀ ਰਹਿੰਦੀ ਹੈ ਵੀ ਉਹ ਕਦੋਂ ਆਉਂਦੇ ਹਨ। ਤੇ ਇੱਥੇ ਜੇ ਤੁਸੀਂ ਆਣ ਕੇ ਦੇਖੋ ਤੇ ਕਿਸੇ ਪਾਸੇ ਲੰਗਰ ਛੱਲੀਆਂ ਦੇ ਲੱਗਦੇ ਹਨ, ਕਿਸੇ ਪਾਸੇ ਗੋਲ ਗੱਪੇ ਦੇ ਲੰਗਰ ਲੱਗੇ ਹੋਏ ਹਨ ਤੇ ਕਿਸੇ ਪਾਸੇ ਗੰਨੇ ਦੀ ਰਸ ਪਿਲਾਈ ਜਾਂਦੀ ਹੈ। ਜਿਹੜੀਆਂ ਚੀਜ਼ਾਂ ਸਾਨੂੰ ਸਾਰੇ ਚਾਲ 'ਚ ਨਹੀਂ ਮਿਲਦੀਆਂ ਇਸ ਲੰਗਰ ਦੇ ਵਿੱਚ ਹਰੇਕ ਚੀਜ਼ ਮੁਹੱਈਆ ਹੁੰਦੀ ਆ ਤੇ ਸਾਰੇ ਦੇ ਸਾਰੇ ਕੰਮ ਬਹੁਤ ਸਾਰੇ ਸੇਵਾਦਾਰ ਆਪਣੇ ਤੌਰ ਤੇ ਆਪਣੇ ਕੋਲੋਂ ਪੈਸੇ ਖਰਚ ਕੇ ਮੀਂਹਾਂ ਦੇ ਵਿੱਚ ਜਾਂ ਸਿਆਲਾਂ ਦੀ ਠੰਡੀ ਰੁੱਤ ਦੇ ਵਿੱਚ ਵੀ ਆਣ ਕੇ ਭੁੱਖੇ ਪਾਣੇ ਉਹ ਕਰਦੇ ਹਨ, ਸੇਵਾ ਕਰਦੇ ਹਨ ਤੇ ਇਹ ਗੁਰੂ ਪਿਆਰੀ ਸਾਧ ਸੰਗਤ ਇਹ ਯੂਬਾ ਸਿਟੀ ਦੇ ਭਾਗ ਚੰਗੇ ਹਨ। ਮੇਰਾ ਖਿਆਲ ਹੈ ਜੇ ਮੈਨੂੰ ਕਹਿ ਦਿਆਂ ਵੀ ਇਹ ਕੈਲੀਫੋਰਨੀਆ ਦਾ ਨਗਰ ਕੀਰਤਨ ਆ ਤੇ ਇਸ ਦੇ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਨਗਰ ਕੀਰਤਨ ਦੇ ਨਾਲ ਯੂਬਾ ਸਿਟੀ ਮੈਪ ਦੇ ਉੱਤੇ ਵੀ ਆ ਚੁੱਕਿਆ ਹੈ ਤੇ ਯੂਬਾ ਸਿਟੀ ਦੀ ਪਛਾਣ ਸਾਰੀ ਦੁਨੀਆ ਦੇ ਵਿੱਚ ਹੋ ਚੁੱਕੀ ਆ। ਅਸੀਂ ਪ੍ਰਬੰਧਾਂ ਦੀ ਗੱਲ ਕਰ ਰਹੇ ਹਾਂ, ਬੜੀ ਦੂਰ ਤੱਕ ਜਿਹੜੇ ਆ ਸਟਾਲਸ ਵੀ ਲੱਗੇ ਹੋਏ ਨੇ। ਲੋਕ ਕਈ ਦਿਨ ਪਹਿਲਾਂ ਤਿਆਰੀ ਕਰਦੇ। ਮੈਨੂੰ ਇਹ ਪਤਾ ਲੱਗਿਆ ਕਿ ਬਹੁਤ ਦੂਰ ਦੇ ਸ਼ਹਿਰਾਂ ਤੋਂ ਸੰਗਤ ਵੀ ਆਉਂਦੀ ਹੈ ਤੇ ਪ੍ਰਬੰਧਕ ਵੀ ਆਉਂਦੇ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ। ਪ੍ਰਬੰਧ ਜੋ ਹੈ ਉਹ ਬਹੁਤ ਵਧੀਆ ਕੀਤੇ ਗਏ, ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਤੇ ਪਰਮਾਤਮਾ ਦੀ ਵੀ ਪੂਰੀ ਕਿਰਪਾ ਹੋਈ ਹੈ ਕਿਉਂਕਿ ਪਹਿਲਾਂ ਜੋ ਇੱਥੇ ਵੈਦਰ ਦੀ ਪ੍ਰੋਬਲਮ जो लोगों को डर सीगा, संगत को डर सीगा कि शायद मौसम खराब होगा, सो परमात्मा की अपार किरपा हुई है। ऐतवार का दिन बहुत ही वधिया क्लीयर दिन है, कोई बारिश नहीं होगी। संगतां दे विच बड़ी शरधा आ, मींह जावे नेरी जावे, जिद्दां सतगुरां दा फरमान है झक्खड़ झांगी मींह वरसे पी गुर देखण जाई। हाँ जी, तो सो महाराज जिन्ना भी मर्जी मींह होवे
ਜਾਂ ਕੁਛ ਵੀ ਹੋਵੇ ਫਿਰ ਵੀ ਗੁਰੂ ਤੋਂ ਜਿਹੜੇ ਆ ਸਿੱਖ ਆ ਸਾਡੇ ਉਹ ਗੁਰੂ ਵੱਲ ਨੂੰ ਵੀਰਾਂ ਕੱਤ ਲੈਂਦੇ ਆ। ਨੋ ਮੈਟਰ ਕਿੱਦਾਂ ਦਾ ਮੌਸਮ ਹੈਗਾ, ਕਿੱਦਾਂ ਦਾ ਵੀ ਹੋਵੇ। ਇਹ ਕਈ ਸਾਲ ਅੱਗੇ ਵੀ ਇੱਦਾਂ ਹੋ ਚੁੱਕਾ, ਇਦੋਂ ਵੀ ਜ਼ਿਆਦਾ ਰੇਂਜ ਹੁੰਦੀ ਰਹੀ ਹੈ, ਪਰ ਸੰਗਤ ਵੱਧ ਤੋਂ ਵੱਧ ਆਉਂਦੀ ਰਹੀ ਹੈ। ਇਹ ਗੁਰੂ ਦੀ ਕਿਰਪਾ ਹੈ ਤੇ ਸੰਗਤ ਦਾ ਸਹਿਯੋਗ ਬਹੁਤ ਆ। ਸਾਰੀ ਸੰਗਤ ਨੂੰ ਸਾਡੇ ਵੀਰਾਂ ਵੱਲੋਂ, ਮੈਨੇਜਮੈਂਟ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ। ਹੁਣ ਸਤਿਗੁਰਾਂ ਦੇ ਚਰਨਾਂ 'ਚ ਇਹ ਅਰਦਾਸ ਹੈ, ਮਹਾਰਾਜ ਕਿਰਪਾ ਕਰੇ, ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਆਪਣੇ ਚਰਨਾਂ ਦਾ ਪਿਆਰ, ਨਾਮ ਦੀ ਦਾਤ ਬਖਸ਼ੇ। ਅਸੀਂ ਜਦੋਂ ਕਿਸੇ ਕਾਰਜ ਦੀ ਨਿਰਵਿਘਨ ਸਫਲਤਾ ਲਈ ਅਰਦਾਸ ਕਰਦੇ ਹੋਏ ਗੁਰੂ ਕੇ ਝੰਡੇ ਬੁੰਗੇ ਜੁਗ ਜੁਗ ਅਟਲ ਉਚਾਰਦੇ ਹਾਂ ਤਾਂ ਖਾਲਸਾਈ ਸ਼ਾਨ ਦੇ ਪ੍ਰਤੀਕ ਨਿਸ਼ਾਨ ਸਾਹਿਬ ਦੇ ਸਾਹਮਣੇ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰੇ ਹੋਏ ਸ਼ਬਦ ਕੰਨਾਂ ਵਿੱਚ ਗੂੰਜਦੇ ਨੇ ਕਿ ਇਹ ਖਾਲਸਾਈ ਨਿਸ਼ਾਨ ਕਦੇ ਟੁੱਟੇਗਾ ਨਹੀਂ, ਕਦੇ ਝੁਕੇਗਾ ਨਹੀਂ। ਜੀ ਹਾਂ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਜਦੋਂ ਨਿਸ਼ਾਨ ਸਾਹਿਬ ਝੂਲਦਾ ਹੈ ਤਾਂ ਖਾਲਸੇ ਦੇ ਹੋਣ ਦਾ ਪ੍ਰਮਾਣ ਦਿੰਦਾ ਹੈ। ਵੱਖ-ਵੱਖ ਦਿਹਾੜਿਆਂ ਤੇ ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਨਿਭਾਈ ਜਾਂਦੀ ਹੈ। ਯੁਵਾ ਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਕੀਤੇ ਜਾਂਦੇ ਧਾਰਮਿਕ ਸਮਾਗਮਾਂ ਦਾ ਖਾਸ ਹਿੱਸਾ ਹੁੰਦਾ ਹੈ ਦੂਜਾ ਦਿਨ, ਜਦੋਂ ਟਾਰਾ ਬਿਉਨਾ ਗੁਰਦੁਆਰਾ ਸਾਹਿਬ ਵਿੱਚ 3 ਦਿਨੀ ਸਮਾਗਮਾਂ ਦੌਰਾਨ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਜਾਂਦੀ ਹੈ। ਨਿਸ਼ਾਨ ਸਾਹਿਬ ਖਾਲਸਾ ਪੰਥ ਦਾ ਨਿਸ਼ਾਨ ਹੈ ਅਤੇ ਜਿੱਥੇ ਲੱਗਿਆ ਹੋਵੇ ਤਾਂ ਦੂਰ ਤੋਂ ਵਿਖਾਈ ਦਿੰਦਾ ਹੈ ਅਤੇ ਉਸ ਥਾਂ ਤੇ ਖਾਲਸਾ ਦੇ ਹੋਣ ਬਾਰੇ ਦੱਸਦਾ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿੱਚ ਝੰਡੇ ਦਾ ਰੰਗ ਸਫੇਦ ਸੀ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਰੰਗ ਕੇਸਰੀ ਕਰ ਦਿੱਤਾ ਅਤੇ ਪਹਿਲੀ ਵਾਰ ਸਾਲ 1609 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਹਿਰਾਇਆ ਗਿਆ। ਯੁਵਾ ਸਿਟੀ ਦੇ ਟਾਰਾ ਬਿਉਨਾ ਗੁਰਦੁਆਰਾ ਸਾਹਿਬ ਵਿੱਚ ਜਦੋਂ ਸਮਾਗਮਾਂ ਦੇ ਦੂਜੇ ਦਿਨ ਦਾ ਆਗਾਜ਼ ਹੁੰਦਾ ਹੈ ਤਾਂ ਸ਼ਰਧਾਲੂਆਂ ਵੱਲੋਂ ਇੱਥੇ ਲੱਗੇ ਨਿਸ਼ਾਨ ਸਾਹਿਬ ਦੇ ਚੋਲਾ ਬੱਧਣ ਦੀ ਅਡੋਲਤਾ ਦਾ ਪ੍ਰਤੀਕ ਹੈ। ਉੱਥੇ ਇਸ ਦੇ ਰੰਗ ਵਿੱਚ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦੀ ਸੁਗੰਧ ਵੀ ਮੌਜੂਦ ਹੈ। ਗੁਰੂ ਸਾਹਿਬ ਸਮੇਤ ਜੰਗੀ ਅਭਿਆਸ ਵਿੱਚ ਇੱਕ ਸਿੰਘ ਨਿਸ਼ਾਨ ਸਾਹਿਬ ਲੈ ਕੇ ਫੌਜ ਦੀ ਅਗਵਾਈ ਕਰਦਾ ਸੀ। ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸਿੰਘ ਵੀ ਇਸ ਮਹਾਨਤਾ ਨੂੰ ਪੂਰਾ ਸਤਿਕਾਰ ਕਰਦੇ ਸਨ। ਵਿਦਵਾਨਾਂ ਮੁਤਾਬਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਨਿਸ਼ਾਨ ਸਾਹਿਬ ਦੇ ਬਸੰਤੀ ਅਤੇ ਸੁਰਮਈ 2 ਰੰਗ ਪ੍ਰਚਲਿਤ ਸਨ, ਜੋ ਕਿ ਜੰਗੀ ਅਭਿਆਸ ਦੌਰਾਨ 2 ਜੱਥਿਆਂ ਦੀ ਤਰਜਮਾਨੀ ਕਰਦੇ ਸਨ। ਸਿੱਖ ਇਤਿਹਾਸ ਵਿੱਚ ਭਾਵੇਂ ਕੋਈ ਸ਼ਾਂਤਮਈ ਅੰਦੋਲਨ ਹੋਵੇ, ਯੁੱਧ ਦਾ ਮੈਦਾਨ ਹੋਵੇ, ਕੋਈ ਪਰਉਪਕਾਰੀ ਕਾਰਜ ਹੋਵੇ ਜਾਂ ਫਿਰ ਹੋਵੇ ਧਾਰਮਿਕ ਸਮਾਗਮ, ਨਿਸ਼ਾਨ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਕਿਉਂਕਿ ਸਿੱਖ ਹਰ ਸੰਘਰਸ਼ ਦੀ ਅਗਵਾਈ ਨਿਸ਼ਾਨ ਸਾਹਿਬ ਨਾਲ ਕਰਦੇ ਨੇ। ਨਿਸ਼ਾਨ ਸਾਹਿਬ ਦਾ ਚੋਲਾ ਜਦੋਂ ਬਦਲ ਦਿੱਤਾ ਜਾਂਦਾ ਹੈ ਤਾਂ ਲੋਕਾਂ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਹੁਣ ਵਾਰੀ ਹੁੰਦੀ ਹੈ ਕੀਰਤਨ ਸਮਾਗਮਾਂ ਵਿੱਚ ਸਜਣ ਦੀ ਅਤੇ ਇੱਕ ਅਜਿਹੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਜੋ ਕਿ ਅਮਰੀਕਾ ਦੇ ਸਭ ਤੋਂ ਵੱਡੇ ਨਗਰ ਕੀਰਤਨ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕਿਆ ਹੈ। ਵੱਖੋ-ਵੱਖ ਫਲੋਟਸ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਨੇ। ਤੁਹਾਨੂੰ ਵੀ ਇਸ ਨਗਰ ਕੀਰਤਨ ਵਿੱਚ ਲੈ ਕੇ ਚੱਲਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਗੱਲ ਹੋ ਰਹੀ ਹੈ ਯੁਵਾ ਸਿਟੀ ਵਿੱਚ ਸਜਾਏ ਜਾਂਦੇ 3 ਦਿਨੀ ਧਾਰਮਿਕ ਸਮਾਗਮਾਂ ਦੀ, ਜਿਸ ਵਿੱਚ ਤੀਜਾ ਅਤੇ ਆਖਰੀ ਦਿਨ ਲੇਖੇ ਲਗਾਇਆ ਜਾਂਦਾ ਹੈ ਨਗਰ ਕੀਰਤਨ ਦੇ ਨਾਂ। ਜੀ ਹਾਂ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੁਵਾ ਸਿਟੀ ਦੇ ਟਾਰਾ ਬਿਉਨਾ ਗੁਰਦੁਆਰਾ ਸਾਹਿਬ ਤੋਂ 38ਵੇਂ ਨਗਰ ਕੀਰਤਨ ਦਾ ਆਗਾਜ਼ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ। ਕਈ ਦਿਨਾਂ ਤੋਂ ਚੱਲ ਰਹੀਆਂ ਤਿਆਰੀਆਂ ਜਦੋਂ ਆਪਣੇ ਮੁਕਾਮ ਤੇ ਆਪਣੀਆਂ ਤਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਖੁਦ ਇਸ ਦੀ ਗਵਾਹੀ ਪਾ ਰਿਹਾ ਸੀ ਕਿ ਇਸ ਨਗਰ ਕੀਰਤਨ ਦੀ ਅਹਿਮੀਅਤ ਨਾ ਸਿਰਫ ਕੈਲੀਫੋਰਨੀਆ ਵਿੱਚ ਹੈ ਬਲਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਰੂਹਾਨੀਅਤ ਦੇ ਰੰਗ ਵਿੱਚ ਰੰਗਣ ਲਈ ਆਖਰ ਕਿਉਂ ਪਹੁੰਚਦੀਆਂ ਨੇ। ਤਾਂ ਉਹ ਤੁਹਾਨੂੰ ਵੀ ਸ਼ਾਮਲ ਕਰਦੇ ਹਾਂ ਇਸ ਮਹਾਨ 38ਵੇਂ ਨਗਰ ਕੀਰਤਨ ਵਿੱਚ।
ਨਗਰ ਕੀਰਤਨ ਗੁਰਦੁਆਰਾ ਟਾਹਰਾ ਬਿਊਨੋ ਤੋਂ ਅਰਦਾਸ ਤੋਂ ਬਾਅਦ ਇੱਕ ਸੁੰਦਰ ਸਜਾਈ ਪਾਲਕੀ ਤੇ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਇਆ। ਸਭ ਤੋਂ ਅੱਗੇ ਝਾੜੂ ਬਰਦਾਰ ਸੜਕ ਸਾਫ਼ ਕਰ ਰਹੇ ਸਨ ਅਤੇ ਫਿਰ ਰਿਵਾਇਤੀ ਅਸਤਰ ਬਸਤਰ ਵਿੱਚ ਸਜੇ ਨਿਸ਼ਾਨ ਜੀ ਅਤੇ 5 ਪਿਆਰੇ ਚੱਲ ਰਹੇ ਸਨ। ਨਿਸ਼ਾਨ ਸਾਹਿਬ ਅਤੇ ਅਮਰੀਕੀ ਝੰਡੇ ਵੀ ਝੂਲਦੇ ਜਾ ਰਹੇ ਸਨ। ਜਿਨ ਹਰ ਸੇਵਾ ਬਣਤ ਬਣਾਈ, ਜਿਨ ਹਰ ਸੇਵਾ ਬਣਤ ਬਣਾਈ। साबास है जिन घर सोची पाई, इस गुर को साबास है जिन घर सोची पाई। नानक गुर विट हो वारिया, नानक गुर विट हो वारिया, जिन हर नाम दिया मेरे मन की आस पुरा। ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ ਤੋਂ ਗੁਰਬਾਣੀ ਦਾ ਇਲਾਹੀ ਕੀਰਤਨ ਫਿਜ਼ਾ ਵਿੱਚ ਇਲਾਹੀ ਰੰਗ ਫੋੜ ਰਿਹਾ ਸੀ। ਸੰਗਤਾਂ ਦੀ ਸ਼ਰਧਾ ਸਾਰੇ ਪਾਸੇ ਢੋਲ ਢੋਲ ਪੈ ਰਹੀ ਸੀ। ਗੁਰੂ ਮਹਾਰਾਜ ਦੀ ਸਵਾਰੀ ਦੇ ਪਿੱਛੇ ਵੱਖ-ਵੱਖ ਗੁਰੂ ਘਰਾਂ, ਪੰਥਕ ਅਤੇ ਹੋਰ ਜਥੇਬੰਦੀਆਂ ਦੇ ਫਲੋਟ ਚੱਲ ਰਹੇ ਸਨ। ਵੱਖ-ਵੱਖ ਫਲੋਟ ਤੋਂ ਵੱਖ-ਵੱਖ ਜਥੇਬੰਦੀਆਂ ਆਪਣਾ ਪ੍ਰਚਾਰ ਕਰ ਰਹੀਆਂ ਸਨ। ਇਸ ਗੁਰੂ ਘਰ ਦੇ ਇਹ ਜਿਹੜਾ ਇਸ ਵੇਲੇ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ, 1 ਲੱਖ ਤੋਂ ਉੱਪਰ ਜਿਹੜੀ ਸੰਗਤ ਆ ਉਹ ਪਹੁੰਚੀ ਹੋਈ ਹੈ। ਇਹ ਸੰਗਤ ਸਿਰਫ ਅਮਰੀਕਾ ਭਰ ਤੋਂ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚੇ ਨੇ। ਔਰ ਸਿਰਫ ਤੇ ਸਿਰਫ ਇਹ ਜੋ ਤੁਸੀਂ ਲੋਕ ਦੇਖ ਰਹੇ ਹੋ, ਮੀਲਾਂ ਤੱਕ ਇਸ ਵੇਲੇ ਸੰਗਤ ਜਿਹੜੀ ਉਹ ਪਹੁੰਚ ਚੁੱਕੀ ਆ। ਜਦੋਂ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਫਲੋਟ ਦੇ ਵਿੱਚ ਪਾਲਕੀ ਦੇ ਉੱਪਰ ਬਿਰਾਜਮਾਨ ਨੇ ਔਰ 5 ਪਿਆਰੇ ਤੇ 5 ਨਿਸ਼ਾਨਚੀ ਇਸ ਵੇਲੇ ਅਗਵਾਈ ਦੇ ਰਹੇ ਨੇ। ਔਰ ਉਹਦੇ ਨਾਲ ਨਾਲ ਜਿਹੜੇ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਅੱਗੇ ਤੇ ਪਿੱਛੇ ਚੱਲ ਰਹੀ ਆ। ਜੇ ਅਸੀਂ ਇਸ ਇਤਿਹਾਸਕ ਦਿਨ ਦੀ ਗੱਲ ਕਰੀਏ ਤੇ ਯੂਬਾ ਸਿਟੀ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਜਦੋਂ ਇਹ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਤੇ ਪ੍ਰਬੰਧਕਾਂ ਨੂੰ ਇਹ ਕਦੇ ਵੀ ਸੁਪਨਾ ਨਹੀਂ ਸੀ, ਉਹਨਾਂ ਚੇਤਾ ਵੀ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਿਆ ਕਰੇਗੀ। ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਕਿ ਜਦੋਂ ਅਸੀਂ ਇਸ ਗੁਰੂ ਘਰ ਦੇ ਇਸ ਨਗਰ ਕੀਰਤਨ ਦੀ ਗੱਲ ਕਰਦੇ ਹਾਂ ਤੇ ਜਿਹੜੇ ਦੂਜੇ ਧਰਮਾਂ ਦੇ ਲੋਕ ਇੱਥੇ ਪਹੁੰਚੇ ਨੇ ਉਹ ਵੇਖ ਕੇ ਹੈਰਾਨ ਰਹਿ ਜਾਂਦੇ ਨੇ ਕਿ 3 ਦਿਨ ਤੱਕ ਲਗਾਤਾਰ ਚੱਲਣ ਵਾਲਾ ਇਹ ਨਗਰ ਕੀਰਤਨ, ਜਿਹਦੇ ਵਿੱਚ ਪਹਿਲੋਂ ਅਖੰਡ ਪਾਠ ਸਾਹਿਬ ਸ਼ੁਰੂ ਹੁੰਦੇ ਨੇ, ਫਿਰ ਉਹਨਾਂ ਦੇ ਭੋਗ ਪਾਏ ਜਾਂਦੇ ਨੇ, ਆਤਿਸ਼ਬਾਜ਼ੀ ਹੁੰਦੀ ਆ, ਫਿਰ ਸੈਮੀਨਾਰਸ ਹੁੰਦੇ ਨੇ ਔਰ ਇਹਦੇ ਨਾਲ ਨਾਲ ਹੋਰ ਜਿਹੜੇ ਇਤਿਹਾਸਕ ਕੰਮ ਨੇ ਉਹ ਵੀ ਚੱਲਦੇ ਰਹਿੰਦੇ ਨੇ। ਪੰਥਕ ਵਿਚਾਰਾਂ ਹੁੰਦੀਆਂ ਨੇ, ਸਿੱਖ ਕੌਮ ਨੂੰ ਕਿਹੜੇ ਮਸਲੇ ਨੇ ਉਹਨਾਂ ਦੇ ਬਾਰੇ ਗੱਲਬਾਤ ਹੁੰਦੀ ਆ ਔਰ ਹਰ ਸੰਸਥਾ, ਜਥੇਬੰਦੀ ਤੇ ਸੰਗਠਨ ਇੱਥੇ ਪਹੁੰਚਦਾ ਹੈ ਆਪਣੇ ਸਰੋਕਾਰਾਂ ਨੂੰ ਲੈ ਕੇ, ਭਾਵੇਂ ਉਹ ਰਾਜਨੀਤਿਕ ਹੋਣ, ਭਾਵੇਂ ਆਰਥਿਕਤਾ ਨਾਲ ਜੁੜੇ ਹੋਣ ਜਾਂ ਉਹ ਸਾਡੇ ਸਮਾਜਿਕ ਤੇ ਘਰੇਲੂ ਮਸਲੇ ਵੀ ਇੱਥੇ ਆ ਕੇ ਕਈ ਵਾਰੀ ਦੋਸਤ ਮਿੱਤਰ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਮਿਲਦੇ ਨੇ। ਇਸ ਵੇਲੇ ਲੰਗਰ ਹਾਲ ਦੇ ਵਿੱਚ ਮੱਕੀ ਦਾ ਪ੍ਰਸ਼ਾਦਾ ਤੇ ਸਾਗ ਜਿਹੜੇ ਸੇਵਾਦਾਰ ਤਿਆਰ ਕਰਦੇ ਨੇ ਉਹ ਸਾਡੇ ਨਾਲ ਨੇ। ਕਦੋਂ ਤੋਂ ਇਹ ਸਾਰਾ ਕੁਝ, ਕਿੰਨੇ ਕੁ ਸਾਲਾਂ ਤੋਂ ਤਿਆਰ ਕਰ ਰਹੇ ਹੋ? ਇਹ ਜੀ ਅਸੀਂ ਸਾਰੇ ਸੰਗਤ ਦੇ ਸਹਿਯੋਗ ਨਾਲ 2005 ਤੋਂ 13ਵਾਂ ਸਾਲ ਆ ਇਸ ਸਾਲ, ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਬਹੁਤ ਵਧੀਆ ਸੇਵਾ ਕਰਦੇ ਆ ਸਾਰੇ, ਤੇ ਸਾਗ ਦਾ ਤੇ ਮੱਕੀ ਦੇ ਪ੍ਰਸ਼ਾਦਿਆਂ ਦਾ ਲੰਗਰ ਤਿਆਰ ਕਰਦੇ ਆ। ਕਿੰਨੇ ਕੁ ਲੋਕਾਂ ਨੂੰ, ਸੰਗਤ ਨੂੰ ਛਕਾਉਂਦੇ ਜੇ ਤੇ ਕਿੰਨਾ ਚਿਰ ਪਹਿਲਾਂ ਤਿਆਰੀ ਕਰਨੀ ਪੈਂਦੀ ਤੁਹਾਨੂੰ?
ਰਫਲੀ ਤਿਆਰੀ ਤਾਂ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜੀ, ਤੇ 3 ਦਿਨ ਦਾ ਲੰਗਰ ਵਰਤਾਈ ਦਾ, ਤੇ ਰੋਜ਼ ਦਾ 10 ਤੋਂ 12,000 ਬੰਦਾ ਇੱਥੇ ਸੰਗਤ ਜਿਹੜੀ ਹੈ ਪ੍ਰਸ਼ਾਦਾ ਛਕਦੀ ਹੈ। ਸਾਗ ਕਿੰਨਾ ਕੁ ਲੱਗ ਜਾਂਦਾ ਤੇ ਮੱਕੀ ਦਾ ਆਟਾ ਕਿੰਨਾ ਕੁ ਲਿਆਉਂਦੇ ਹੋ? ਸਾਗ ਤਕਰੀਬਨ ਸਾਡੇ ਕੋਲ ਜੀ 6 ਤੋਂ 7 ਕੁਆਂਟਲ ਸਰੋਂ ਹੀ ਲੱਗ ਜਾਂਦੀ ਆ, ਬਾਕੀ ਹੋਰ ਚੀਜ਼ਾਂ ਪਾ ਕੇ ਤੇ ਕਾਫੀ ਤਾਦਾਦ ਵੱਧ ਜਾਂਦੀ ਹੈ। ਤੇ ਜਿਹੜਾ ਆਟਾ ਆ ਉਹ ਤਕਰੀਬਨ ਹਰੇਕ ਸਾਲ 70 ਤੋਂ 80 ਜਿਹੜੇ ਬੋਰੇ ਆ 50-50 ਪਾਉਂਡ ਦੇ ਉਹ ਲੱਗ ਜਾਂਦੇ। ਲੰਗਰ ਇਸ ਵੇਲੇ ਚੱਲ ਰਹੇ ਨੇ ਔਰ ਖਾਣ ਪੀਣ ਦੀ ਕੋਈ ਕਮੀ ਨਹੀਂ ਹੈ, ਔਰ ਕਿਵੇਂ ਸਾਰਾ ਕੁਝ ਤੁਸੀਂ ਇਹਨੂੰ ਵੇਖਦੇ ਹੋ ਤੇ ਕਿਸ ਤਰ੍ਹਾਂ ਇਹ ਸਾਰਾ ਕੁਝ ਇੰਤਜ਼ਾਮ ਹੁੰਦੇ ਨੇ? ਬਹੁਤ ਦੂਰ ਦਰਾਡੇ ਤੋਂ, ਆਲ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ ਸੰਗਤ, ਇੰਡੀਆ ਸੰਗਤ ਵੀ ਬਣਾਈ ਆ। ਇਹ ਸਾਰੇ ਹੀ ਹੁਮ ਹਮਾ ਕੇ ਨਗਰ ਕੀਰਤਨ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਏ ਆ। ਇਹਨਾਂ ਦੇ ਆਉਣ ਤੇ ਸਾਰੀ ਸੰਗਤ ਯੂਬਾ ਸਿਟੀ, ਗ੍ਰਿਡਲੀ, ਮੈਜ਼ਵਿਲ, ਸਕਰਾਮੈਂਟੋ ਤੋਂ ਆ ਕੇ ਇਹਨਾਂ ਵਾਸਤੇ ਸੰਗਤ ਜੀਆਂ ਕਹਿਣ ਲਈ ਲੰਗਰ ਗੁਰੂ ਨਾਨਕ ਜੀ ਨੇ ਜੋ 20 ਰੁਪਈਆਂ ਦਾ ਲੰਗਰ ਲਾਇਆ ਸੀ ਉਹ ਲੰਗਰ ਟੁੱਟ ਵਰਤਾਇਆ ਜਾ ਰਿਹਾ। ਇੱਥੇ 100ਵਾਂ ਦੀ ਗਿਣਤੀ 'ਚ ਲੰਗਰ ਆ, 1-2 ਲੰਗਰ ਨਹੀਂ। ਬਾਬਾ ਬੁੱਢਾ ਲੰਗਰ ਕਮੇਟੀ, ਗੁਰੂ ਨਾਨਕ ਲੰਗਰ ਕਮੇਟੀ, ਜੋ ਵੱਡੇ ਲੰਗਰ ਆ ਇਹ ਸਾਰੇ ਚੱਲਦੇ ਆ। ਇਹ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਕੱਲੇ ਡਲ ਡਰਨ ਨਾਲ ਚੱਲਦੇ ਆ, ਨਾ ਕਿ ਵੱਡੇ ਧਨਾਡਾਂ ਨਾਲ। ਇਹ ਸਿਰਫ ਸੰਗਤ ਦੇ ਆਪਣਾ ਉਪਰਾਲਾ ਗੁਰੂ ਮਹਾਰਾਜ ਆਪ ਹੀ ਕਰਾ ਲੈਂਦੇ ਆ, ਆਪਣੀ ਸੇਵਾ ਆਪ ਹੀ ਲੈ ਲੈਂਦੇ ਆ। ਮਹਾਰਾਜ ਰਣਜੀਤ ਸਿੰਘ ਦਾ ਰਾਜ, ਬੰਦਾ ਬਹਾਦਰ ਜੀ ਦਾ ਰਾਜ, ਇਹ ਕਿੱਦਾਂ ਉਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਅਸੀਂ ਉਹ ਤੋਂ ਦੂਰ ਜਾ ਕੇ ਸਿੱਖੀ ਤੋਂ ਅੱਜ ਠੋਕਰਾਂ ਖਾ ਰਹੇ ਹਾਂ। ਸਾਡੀ ਕੌਮ ਨੂੰ ਫੇਰ ਇਕੱਤਰ ਹੋਣ ਵਾਸਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਤੇ ਸਾਡਾ ਤਾਂ ਹੀ ਭਲਾ। ਜੇ ਨਿਸ਼ਾਨ ਸਾਹਿਬ ਇਕੱਠੇ ਨਹੀਂ ਹੁੰਦੇ ਸਾਡਾ ਭਲਾ ਨਹੀਂ। ਸਾਨੂੰ ਇੱਕੋ ਇੱਕ ਤਾਕਤ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਜੋ ਸਾਨੂੰ ਇਕੱਤਰ ਕਰ ਸਕਦੀ ਆ। ਗੁਰਪੁਰਬ ਦੀਆਂ 38ਵੇਂ ਨਗਰ ਕੀਰਤਨ ਦੀਆਂ ਸਾਰੀ ਲੋਕਾਈ ਕੁੱਲ ਮਾਨਵਤਾ ਨੂੰ ਬਹੁਤ ਮੁਬਾਰਕਾਂ, ਬਹੁਤ ਵਧਾਈਆਂ। ਇਹ ਸਾਡਾ ਸੋਸ਼ਲ, ਸਾਡਾ ਸੱਭਿਆਚਾਰਕ, ਸਾਡਾ ਰਾਜਨੀਤਿਕ, ਸਾਡਾ ਧਾਰਮਿਕ ਅਤੇ ਸਾਡਾ ਹੋਰ ਜੋ ਵੀ ਪੰਜਾਬ ਦੇ ਰਸਮ ਰਿਵਾਜ ਨੇ ਉਹਨਾਂ ਨੂੰ ਇਕੱਠੇ ਲੈ ਕੇ ਚੱਲ ਰਿਹਾ ਹੈ, ਜਿਹੜੀ ਕਿ ਇੱਕ ਬਹੁਤ ਹੀ ਵਧੀਆ ਚੀਜ਼ ਚੱਲ ਰਹੀ ਹੈ। ਅਸੀਂ ਪਿਛਲੇ ਕੋਈ 11 ਕੁ ਸਾਲ ਤੋਂ ਪੰਜਾਬੀ ਦਾ ਜੋ ਥੀਏਟਰ ਹੈ ਪੰਜਾਬ ਲੋਕ ਰੰਗ ਦੇ ਹੇਠਾਂ ਅਸੀਂ ਬੈਨਰ ਹੇਠ ਖੇਡ ਰਹੇ ਹਾਂ, ਉਹ ਬਹੁਤ ਵਧੀਆ ਤਰੀਕੇ ਨਾਲ ਜਾ ਰਿਹਾ ਹੈ। ਤੇ ਬਾਕੀ ਦੇ ਬਹੁਤ ਸਾਰੇ ਲੋਕਾਂ ਨੇ ਸਾਡੇ ਨਾਟਕ ਦੇਖੇ ਵੀ ਨੇ। ਅਸੀਂ ਇੱਥੇ ਨਗਰ ਕੀਰਤਨ ਤੇ ਆਏ ਹੋਏ ਹਾਂ ਯੂਬਾ ਸਿਟੀ। ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ ਮੁਬਾਰਕਾਂ। ਇਹ 38ਵਾਂ ਨਗਰ ਕੀਰਤਨ ਆ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਮਿਸ ਕੀਤਾ ਹੋਊਗਾ। ਹਰ ਸਾਲ ਵਾਹਿਗੁਰੂ ਲੈ ਕੇ ਆਉਂਦਾ ਆ ਤੇ ਇਸੇ ਤਰ੍ਹਾਂ ਲਿਆਉਂਦਾ ਰਹੇ। 3 ਦਿਨਾਂ ਤੱਕ ਸ਼ਾਨ ਸ਼ੌਕਤ ਨਾਲ ਸਜਾਏ ਗਏ ਸਮਾਗਮਾਂ ਦੀ ਲੜੀ ਵਿੱਚ ਲੋਕਾਂ ਨੇ ਇਲਾਹੀ ਗੁਰਬਾਣੀ ਦਾ ਸਰਵਣ ਕੀਤਾ, ਅੰਮ੍ਰਿਤ ਸੰਚਾਰ ਵਿੱਚ ਸ਼ਾਮਲ ਹੋ ਕੇ ਖਾਲਸਾਈ ਬਾਣਾ ਧਾਰਨ ਕੀਤਾ ਅਤੇ ਫਿਰ ਗੁਰੂ ਕੇ ਸਿੰਘ ਸਜੇ ਅਤੇ ਫਿਰ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਵੀ ਸਿੱਖੀ ਸਰੂਪ ਦਾ ਸੁਨੇਹਾ ਦਿੰਦਾ ਸਮਾਗਮਾਂ ਦਾ ਸਮਾਪਨ ਹੋ ਗਿਆ। ਅਗਲੇ ਸਾਲ ਇੱਕ ਵਾਰ ਫਿਰ ਇਹਨਾਂ ਸਮਾਗਮਾਂ ਨੂੰ ਹੋਰ ਉਤਸ਼ਾਹ ਨਾਲ ਮਨਾਉਣ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਹਿਦ ਲਿਆ ਗਿਆ ਅਤੇ ਸ਼ਰਧਾਲੂਆਂ ਨੇ 38ਵੇਂ ਨਗਰ ਕੀਰਤਨ ਨੂੰ ਯਾਦਗਾਰੀ ਬਣਾ ਦਿੱਤਾ। ਫਿਲਹਾਲ ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਬਸ ਇੰਨਾ ਹੀ। ਧੰਨਵਾਦ।